ਇਹ ਦਿਨ ਜਿਹੜੇ ਸ਼ੁਰੂ ਹੋਣ ਵਾਲੇ ਨੇ, ਵੈਸੇ ਤਾਂ ਗੁਰੂ ਨੇ ਕਿਰਪਾ ਕੀਤੀ, ਕੱਲ ਸਾਵਣ ਚੜ੍ਹਿਆ ਤੇ ਇਹ ਜਿਹੜੀ ਵਰਖਾ ਵਰਸ ਰਹੀ ਹੈ, ਇਸ ਦਾ ਆਨੰਦ ਅਸੀਂ ਇੰਝ ਲੈਣਾ ਹੈ ਕਿ ਇਹ ਜਿਹੜੀ ਵਰਖਾ ਹੈ ਨਾ, ਜਿੱਥੇ ਬਨਸਪਤ ਨੂੰ ਹਰਾ ਕਰੇਗੀ, ਇਹ ਜਿਤਨੀ ਹਰਿਆਲੀ ਇਸ ਟਾਈਮ ਵਧੇਗੀ, ਇਹ ਸਾਡੇ ਉੱਤੇ ਵੀ ਇਹ ਵਰਖਾ ਵਰਸੇ ਨਾਮ ਦੀ। ਇਹ ਸਾਵਣ ਜਿਹੜਾ ਹੈ ਸਾਡਾ ਚੜ੍ਹੇ ਬਰਕਤਾਂ ਵਾਲਾ, ਔਰ ਇਹ ਜਿਹੜੇ ਪੁੰਨਾਂ ਦੇ ਦਿਨ ਸ਼ੁਰੂ ਹੋ ਰਹੇ ਨੇ, ਕੱਲ੍ਹ ਸੇਵਾ ਹਾਪੜ ਡੇਰੇ ਵਿਖੇ ਇਸੀ ਵਿਸ਼ੇ ਨੂੰ ਲੈ ਕੇ ਰੱਖੀ ਗਈ ਸੀ ਕਿ ਸੇਵਾ, ਕਿਉਂਕਿ ਲਗਭਗ 50 ਦਿਨ ਦਾ ਸਮਾਗਮ ਹਾਪੜ ਵਿਖੇ ਚੱਲਣਾ ਹੈ ਅਤੇ ਉੱਥੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਗਈ ਇਹੀ ਕਿ ਆਪ ਜੀ ਨੇ ਇਹਨੂੰ ਕਿਸ ਤਰ੍ਹਾਂ ਨਿਭਾਉਣਾ ਹੈ, ਕਿਉਂਕਿ ਸੰਗਤਾਂ ਦਾ ਉਪਰਾਲਾ ਹੁੰਦਾ ਹੈ, ਬਾਹਰੋਂ ਵੀ ਜਾਂਦੀਆਂ ਨੇ, ਹੋਰ ਵੀ ਲੋਕਲ ਤੱਕ ਨਹੀਂ ਸੀਮਿਤ ਹੁੰਦੀਆਂ, ਅਤੇ ਸਭ ਦੀ ਦੇਖ ਰੇਖ ਵਿੱਚ ਆਪ ਜੀ ਉੱਥੇ ਪੁੱਜੋ, ਸਾਰਿਆਂ ਦੀ ਸੇਵਾ ਭਲੀ ਪ੍ਰਕਾਰ ਹੋ ਸਕੇ, ਔਰ ਜੋ ਨਿਤਾ ਪ੍ਰਤੀ ਦੇ ਦੀਵਾਨ ਜਿਹੜੇ ਸਜਣੇ ਨੇ ਅਤੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ। ਉਹ ਤਾਂ ਇਹ ਨਾ ਸੋਚ ਲਈਏ ਅਸੀਂ ਕਿ ਉਹ ਸੇਵਾ ਉੱਥੇ ਤੱਕ ਸੀਮਿਤ ਹੈ, ਕਿਉਂਕਿ ਸਦਾ ਹੀ ਅਸੀਂ ਕਹਿੰਦੇ ਹਾਂ ਏਕ ਪਿਤਾ ਏਕਸ ਕੇ ਹਮ ਭਾਰੇ। ਪਿਤਾ ਸਾਡਾ ਇੱਕ ਹੈ, ਜਿੱਥੇ ਜਿੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉੱਥੇ ਉੱਥੇ ਅਸੀਂ ਜਾ ਕੇ ਵਸ ਗਏ ਹਾਂ, ਲੇਕਿਨ ਇਹ ਵੀ ਉਸ ਪਰਮਾਤਮਾ ਦਾ ਸ਼ੁਕਰ ਕਰਨੇ ਹਾਂ ਕਿ ਸਾਨੂੰ ਇੱਕ ਜਗ੍ਹਾ ਐਸੀ ਅਲੱਗ ਅਲੱਗ ਸਥਾਨਾਂ 'ਤੇ ਦੇ ਦਿੱਤੀ ਜਿੱਥੇ ਅਸੀਂ ਇਕੱਠੇ ਹੋ ਜਾਂਦੇ ਹਾਂ, ਆਪਸ ਵਿੱਚ ਸਾਡਾ ਮੇਲ ਮਿਲਾਪ ਹੋ ਜਾਂਦਾ ਹੈ, ਅਤੇ ਅਸੀਂ ਉਸ 'ਤੇ ਵਿਚਾਰ ਕਰੀਏ ਕਿ ਅਸੀਂ ਇਕੱਠੇ ਹੋ ਕੇ ਅਤੇ ਉਸ ਦਾ ਕੀ ਫਾਇਦਾ ਚੁੱਕ ਰਹੇ ਹਾਂ। ਕਿਉਂਕਿ ਅੱਜ ਸੰਗਤ ਭਾਈ ਸਾਹਿਬ ਆਏ ਪ੍ਰਕਰਣ ਚੱਲਿਆ ਸੇਵਾ ਦਾ, ਅਤੇ ਫਿਰ ਨਾਲ ਇਹਨਾਂ ਨੇ ਕੀ ਪ੍ਰਕਰਣ ਲਾਇਆ, ਸੇਵਾ ਤੋਂ ਮੇਵਾ ਮਿਲਦਾ। ਹੁਣ ਇਸ ਚੀਜ਼ ਦੇ ਉੱਤੇ ਹੀ ਵਿਚਾਰ ਕਰੀਏ। 17 ਮਾਰਚ 2002 ਸਤਿਗੁਰ ਸੇਵਾ ਰਾਮ ਜੀ ਹਾਪੜ ਵਿਖੇ ਸੰਗਤਾਂ ਨੂੰ ਸ਼ਹਿਰ ਵਿੱਚ ਜਾ ਕੇ ਅੰਤਿਮ ਵਾਰ ਦਰਸ਼ਨ ਦਿੱਤੇ ਸਨ, ਅਤੇ ਉਸ ਟਾਈਮ ਕੋਠੀ ਸਾਹਿਬ ਦੀ ਸਥਾਪਨਾ ਵੀ ਕੀਤੀ ਗਈ ਸੀ, ਅਤੇ ਫਿਰ ਉਪਰੰਤ ਬਤਰਾ ਜੀ ਨੂੰ ਕਹਿਣ ਲੱਗੇ, ਬਤਰਾ ਜੀ ਸੇਵਾ ਤੋਂ ਕੀ ਮਿਲਦਾ ਹੈ? ਬਤਰਾ ਨੇ ਕਿਹਾ ਜੀ ਆਪ ਮਾਲਕ ਹੋ ਹੈ। ਬਤਰਾ ਜੀ ਸੇਵਾ ਤੋਂ ਮੇਵਾ ਮਿਲਦਾ ਹੈ, ਅਤੇ ਜਿਹੜਾ ਮੇਵਾ ਹੁੰਦਾ ਨਾ ਉਹ ਮਿੱਠਾ ਹੁੰਦਾ ਹੈ। ਉਹ ਫਿਰ ਮਿੱਠੇ ਦਾ ਮਤਲਬ ਸਮਝ ਨਾ ਪਾਓ। ਮਿੱਠੇ ਦਾ ਮਤਲਬ ਕਿ ਬਰਕਤ ਵਾਲਾ। ਤੁਹਾਡਾ ਬਾਰ ਬਾਰ ਚਿੱਤ ਕਰਦਾ ਨਾ ਕੋਈ ਸਵਾਦ ਵਾਲੀ ਚੀਜ਼ ਹੋਵੇ ਅਤੇ ਉਹਨੂੰ ਚਖਣੇ ਅੱਗੇ। ਮਿੱਠੇ ਦਾ ਮਤਲਬ ਇਹ ਹੈ ਕਿ ਸਾਡਾ ਬਾਰ ਬਾਰ ਚਿੱਤ ਕਰਦਾ ਕਿ ਅਸੀਂ ਉਸ ਚੀਜ਼ ਨੂੰ ਚਖੀਏ, ਸਵਾਦ ਹੈ ਇਸ ਚੀਜ਼ ਵਿੱਚ। ਅਤੇ ਸੇਵਾ ਨੂੰ ਵੀ ਇਸੇ ਤਰ੍ਹਾਂ ਕਿਹਾ ਕਿ ਜਿਤਨਾ ਤੁਸੀਂ ਕਰੋਗੇ, ਜਿਤਨਾ ਤੁਸੀਂ ਉਹਦੀ ਅੰਦਰ ਰਸ ਲਈ ਜਾਓਗੇ, ਤੁਹਾਨੂੰ ਉਤਨਾ ਆਨੰਦ ਆਉਂਦਾ ਰਹੇਗਾ। ਅਤੇ ਸੱਚੇ ਪਾਤਸ਼ਾਹ ਨੇ ਇਹੀ ਸਿਖਾਇਆ। ਅਤੇ ਸਾਡੇ ਕਿਤਨੇ ਸਾਰੀ ਸਾਡੀ ਸੰਗਤ ਹੈ
ਜਿਹੜੇ ਇਸ ਗੱਲ ਨੂੰ ਕਹਿੰਦੇ ਨੇ ਜੀ, ਵੇਖਦੇ ਆ ਉਹਨਾਂ ਨੂੰ, ਕਹਿੰਦੇ ਨੇ ਕਿ ਇੱਕ ਸਾਈਕਲ ਵਾਸਤੇ ਵੀ ਮੁਹਤਾਜ ਸਾਂ, ਇੱਕ ਛੋਟੀ ਜਿਹੀ ਸਾਈਕਲ ਮੰਗਦੇ ਸਾਂ, ਤੇ ਸੱਚਾ ਪਾਤਸ਼ਾਹ ਕੋਲੋਂ ਅਰਜ਼ ਕਰਦੇ ਸਾਂ। ਲੇਕਿਨ ਗੁਰੂ ਮਹਾਰਾਜ ਨੇ ਐਸੀ ਨਜ਼ਦੀਕੀ ਬਣਾਈ, ਐਸੀ ਵਿਧ ਬਣਾਈ ਕਿ ਨਜ਼ਦੀਕੀ ਜਦੋਂ ਬਣੀ ਤੇ ਨਜ਼ਦੀਕੀ ਨਾਲ ਸੇਵਾ ਕਰਨੇ ਦਾ ਮੌਕਾ ਵੀ ਮਿਲ ਗਿਆ। ਭਾਵੇਂ ਛੋਟੀਆਂ ਛੋਟੀਆਂ ਸੇਵਾ ਸ਼ੁਰੂ ਹੁੰਦੀਆਂ ਨੇ, ਜਿੰਜ ਅਸੀਂ ਬੱਚੇ ਸਾਡੇ ਜਾਂਦੇ ਸਨ ਨਾ, ਤੇ ਲੰਗਰ ਵਿੱਚ ਹਾਲਾਂ ਅੰਦਰ ਕਹਿੰਦੇ ਕੁਝ ਵੀ ਨਾ ਕਰੋ ਤੁਸੀਂ ਬੱਚਿਓ, ਕਿਉਂਕਿ ਵੱਡਿਆਂ ਨੇ ਸੇਵਾ ਕੀਤੀ ਸੀ, ਉਹਨਾਂ ਨੂੰ ਬਰਕਤ ਪਤਾ ਸੀ ਸੇਵਾ ਕੀ ਹੈ। ਤੇ ਉਹ ਕਹਿਣ ਲੱਗੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਲੜ ਲਾਈਏ। ਕਿਸੇ ਨੂੰ ਚਮਚਾ ਹੱਥ 'ਚ ਫੜਾ ਦੇਣੀਆਂ, ਕਿਸੇ ਨੂੰ ਗਲਾਸ ਫੜਾ ਦੇਣੇ ਕਿ ਬਈ ਤੁਸੀਂ ਕਿਸੇ ਨੂੰ, ਇਹ ਛੋਟੀ ਛੋਟੀਆਂ ਸੇਵਾ ਕੀ ਤੁਸੀਂ ਸੇਵਾ ਕਰੋ। ਫਿਰ ਜਿਹੜੇ ਥੋੜ੍ਹੇ ਵੱਡੇ ਹੋ ਜਾਂਦੇ ਸਨ ਤੇ ਉਹਨਾਂ ਨੂੰ ਹੁਣ ਤੇ ਨਹੀਂ ਰਹੇ, ਲੇਕਿਨ ਅਸੀਂ ਜਦੋਂ ਬਚਪਨ ਯਾਦ ਆਉਂਦਾ ਤੇ ਸਾਨੂੰ ਸਾਗਰ ਮਿਲਦੇ ਸਨ, ਜਿਹੜੇ ਤੁਸੀਂ ਧਿਆਨ ਕੀਤੇ ਹੋਣ ਪਿਆਊ ਦੇ ਉੱਤੇ, ਜਦੋਂ ਅਸੀਂ ਪੀਂਦੇ ਸੋ ਪਾਣੀ ਹੱਥ ਵਿੱਚ ਹੀ ਪੀ ਲੈਂਦੇ ਸਾਂ, ਯਾਦ ਹੋਵੇ ਤੇ ਜਿਨ੍ਹਾਂ ਨੇ ਉਹ ਸਮਾਂ ਵੇਖਿਆ ਹੋਵੇ ਪਿਆਊ ਲੱਗੀ ਹੁੰਦੀ ਸੀ ਤੇ ਸਿਰ 'ਤੇ ਇਸ਼ਾਰੇ ਨਾਲ ਹੀ ਹਾਂ ਨਾ ਦਾ ਜਵਾਬ ਮਿਲ ਜਾਂਦਾ ਸੀ। ਇੰਝ ਇੰਝ ਕਰਦੇ ਸਾਂ ਤੇ ਹੋਰ ਪਾਉਂਦਾ ਰਹਿੰਦਾ ਸੀ, ਸਿਰ ਹਿਲਾ ਦਿੰਦਾ ਸਾਂ ਤੇ ਬਸ ਕਰ ਦਿੰਦਾ ਸੀ। ਉਹ ਸਾਗਰ ਦੇ ਅੱਗੇ ਹੁੰਦਾ ਸੀ ਜਿੰਜ ਛੋਟਾ ਜਿਹਾ ਲੋਟਾ ਹੁੰਦਾ ਨਾ, ਸਮਝਾ ਦਿਆਂ ਬੱਚਿਆਂ ਨੂੰ, ਅੱਗੇ ਇੱਕ ਨਲਕੀ ਜਿਹੀ ਲੱਗੀ ਹੁੰਦੀ ਹੈ ਜਿਹਦੇ 'ਚੋਂ ਪਾਣੀ ਪੈਂਦਾ। ਉਹ ਸਾਗਰ ਜਿਹੜਾ ਥੋੜ੍ਹਾ ਬੱਚਾ ਵੱਡਾ ਹੋ ਜਾਵੇ ਤੇ ਉਹਨੂੰ ਕਹਿੰਦੇ ਸਨ ਚੱਲ ਤੂੰ ਪਾਣੀ ਦੀ ਸੇਵਾ ਲੈ ਲੈ। ਉਹ ਪਾਣੀ ਦੀ ਸੇਵਾ ਕਰਦੇ ਸਨ ਬੱਚੇ। ਫਿਰ ਹੋਰ ਵੱਡੇ ਹੁੰਦੇ ਗਏ ਤੇ ਹੋਰ ਸੇਵਾਵਾਂ ਵਧੀਆਂ ਗਈਆਂ। ਤੇ ਉਹ ਜਿਨ੍ਹਾਂ ਨੇ ਬਚਪਨ ਤੋਂ ਇਹ ਚੀਜ਼ ਵੇਖੀ, ਐਸੀ ਵੀ ਸੰਗਤ ਵਿੱਚ ਸੀ, ਕਈ ਸੰਗਤ ਵਿੱਚ ਕਹਿੰਦੇ ਸਨ ਕਿ ਸਾਡੇ ਕੋਲ ਤਾਂ ਤਨ 'ਤੇ ਕੱਪੜੇ ਵੀ ਨਹੀਂ ਸਨ, ਇੱਕ ਬਨਿਆਨ ਹੁੰਦੀ ਸੀ ਤੇ ਥੱਲੇ ਕੱਛਾ ਹੀ ਹੁੰਦਾ ਸੀ, ਗਲੀਆਂ 'ਚ ਰੁਲਦੇ ਸਾਂ। ਲੇਕਿਨ ਗੁਰੂ ਮਹਾਰਾਜ ਨੇ ਸਾਨੂੰ ਇਸ ਤਰ੍ਹਾਂ ਜੋੜ ਲਿੱਤਾ ਕਿ ਅੱਜ ਕਲਪਨਾ ਵੀ ਨਹੀਂ ਅਸੀਂ ਕਰ ਸਕਦੇ, ਉਹਨਾਂ ਦੀ ਆਪਣੇ ਲਫ਼ਜ਼ ਨੇ, ਕਲਪਨਾ ਵੀ ਨਹੀਂ ਕਰ ਸਕਦੇ ਕਿ ਸਤਿਗੁਰਾਂ ਨੇ ਇਤਨੀ ਵੱਡੀ ਕਾਰਾਂ ਦੀ ਸਾਡੀ ਤਾਂ ਕਦੇ ਹੈਸੀਅਤ ਵੀ ਨਹੀਂ ਸੀ, ਸੋਚ ਵੀ ਨਹੀਂ ਸੀ, ਇਤਨੀ ਬਰਕਤਾਂ ਪਾ ਦਿੱਤੀਆਂ, ਇਤਨੀਆਂ ਰੋਜ਼ੀਆਂ ਰੋਟੀਆਂ ਦੇ ਦਿੱਤੀਆਂ। ਤੇ ਕਹਿੰਦੇ ਨੇ ਅੱਜ ਉਸ ਸ਼ਹਿਰ ਵਿੱਚ ਲੋਕ ਨਾਂ ਲੈ ਕੇ ਪੁਕਾਰਦਾ ਹੈ। ਆਪ ਜੀ ਇਹ ਮੈਂ ਜਿਹੜੀ ਸਾਖੀ ਸੁਣਾ ਰਿਹਾ ਨਾ ਆਪ ਨੂੰ, ਆਪ ਭਲੀ ਪ੍ਰਕਾਰ ਸਾਰੇ ਜਾਣਦੇ ਹੋ, ਨਾ ਲਵਾਂਗਾ ਤੇ ਸ਼ਾਇਦ ਚੋਕ ਜਾਊਗਾ। ਇਹ ਤਾਰਾ ਚੰਦ ਗਰੋਵਰ ਜੀ ਹਾਪੜ ਨਿਵਾਸੀ ਅੱਜ ਵੀ ਕਹਿੰਦੇ ਆਪਣੇ ਮਾਲਕ ਦਾ ਧੰਨਵਾਦ ਕਰਦਿਆਂ ਪੂਰਾ ਪਰਿਵਾਰ ਨਹੀਂ ਥੱਕਦਾ। ਇਸ ਤਰ੍ਹਾਂ ਕਿਤਨੇ ਨਾ ਗਿਣਾਵਾਂ, ਕਿਤਨੀਆਂ ਸੰਗਤਾਂ ਇਹ ਬਰਕਤਾਂ ਮਿਲੀਆਂ ਇੱਧਰੋਂ ਸਤਿਗੁਰਾਂ ਦੇ ਦਰ ਤੋਂ। ਕਹਿੰਦੇ ਅਸੀਂ ਸੇਵਾ ਕਰਕੇ ਹੀ ਲਿੱਤੀਆਂ, ਕਿਉਂਕਿ ਜਦੋਂ ਵੀ ਛੋਟੇ ਹੁੰਦੇ ਸਾਂ ਤੇ ਸਾਹਿਬ ਮਹਾਰਾਜ ਉਹਨਾਂ ਨੇ ਆਉਣਾ ਤੇ ਦੀਵਾਨ ਸਜਣੇ ਤੇ ਉਹਨਾਂ ਨੇ ਇੱਕੋ ਗੱਲ ਕਹਿਣੀ ਕਿ ਸੱਚੇ ਸੰਗਤ ਆਵੇ ਤੇ ਸੰਗਤ ਦੀ ਸੇਵਾ ਕਰੋ। ਤੇ ਉਸ ਸੰਗਤ ਵਿੱਚ ਤੁਸੀਂ ਆਪਣੇ ਮਾਲਕ ਦਾ ਸਰੂਪ ਢੂੰਢੋ, ਉਸ ਮਾਲਕ ਦਾ ਸਰੂਪ ਢੂੰਢੋ ਉਸ ਸੰਗਤ ਵਿੱਚ। ਕਿੱਥੇ ਤੁਹਾਨੂੰ ਉਸ ਸਰੂਪ ਮਿਲ ਜਾਵੇ, ਕਿੱਥੇ ਉਧਰੋਂ ਆਸ਼ੀਰਵਾਦ ਮਿਲ ਜਾਵੇ, ਕਿੱਥੇ ਕੋਈ ਗੁਰੂ ਦਾ ਪਿਆਰਾ ਇਤਨੀ ਗੱਲ ਕਹਿ ਦੇਵੇ ਸਹਿਜ ਸੁਭਾਏ ਤੁਹਾਡੀ ਸੇਵਾ ਤੋਂ ਖੁਸ਼ ਹੋਵੇ, ਗੁਰੂ ਮਹਾਰਾਜ ਤੇਰਾ ਭਲਾ ਕਰੇ। ਕਹਿੰਦੇ ਸਿਰਫ ਇਤਨੀ ਗੱਲ ਕਹਿ ਦੇਣੀ, ਸੰਗਤ ਦੀ ਸੇਵਾ ਕੀਤੇ ਕਿਸੇ ਇੱਕ ਗੁਰਸਿੱਖ ਦੇ ਮੂੰਹ ਤੋਂ ਇਹ ਲਫ਼ਜ਼ ਨਿਕਲ ਜਾਣੇ ਗੁਰੂ ਤੇਰਾ ਭਲਾ ਕਰੇ, ਤੇ ਉਹਦਾ ਭਲਾ ਹੋ ਜਾਂਦਾ ਸੀ। ਕਹਿੰਦੇ ਉਹ ਪਤਾ ਨਹੀਂ ਚੱਲਦਾ ਸੀ ਫਿਰ ਉਹ ਬਰਕਤਾਂ ਕਿੱਧਰੋਂ ਆਉਂਦੀਆਂ ਸਨ, ਕਿਸ ਤਰ੍ਹਾਂ ਹੁੰਦੀਆਂ ਸਨ, ਕਿਸ ਤਰ੍ਹਾਂ
ਸਾਰੀਆਂ ਚੀਜ਼ਾਂ ਆਪੇ ਹੁੰਦੀਆਂ ਚਲੀਆਂ ਜਾਂਦੀਆਂ ਸਨ। ਕਹਿੰਦੇ ਮਾਲ ਲੈਣ ਜਾਂਦੇ ਸਾਂ ਤੇ ਕੋਈ ਮਾਲ ਨਹੀਂ ਦਿੰਦਾ ਸੀ, ਕਹਿੰਦਾ ਸੀ ਪਹਿਲੇ ਪੈਸੇ ਲਾਓ। ਤੇ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਗੱਠਾਂ ਦੁਕਾਨ ਤੇ ਲੋਕ ਛੋੜਨੇ ਸ਼ੁਰੂ ਕਰ ਦਿੱਤੀਆਂ, ਉਹ ਵਿਕਣੀਆਂ ਵੀ ਸ਼ੁਰੂ ਹੋ ਗਈਆਂ ਤੇ ਵਿਵਹਾਰ ਵੀ ਬਣ ਗਿਆ ਤੇ ਕਾਮਯਾਬੀਆਂ ਵੀ ਮਿਲ ਗਈਆਂ ਤੇ ਗਾਹਕ ਵੀ ਰਾਜੀ ਤੇ ਵਪਾਰੀ ਵੀ ਰਾਜੀ, ਬਰਕਤਾਂ ਚਾਰੋਂ ਪਾਸੋਂ ਸ਼ੁਰੂ ਹੋ ਗਈਆਂ। ਇਹ ਤੇ ਸੰਸਾਰਿਕ ਸੁੱਖ ਨੇ। ਲੇਕਿਨ ਸੱਚੇ ਪਾਤਸ਼ਾਹ ਕਹਿੰਦੇ ਸਨ ਜਦੋਂ ਸੇਵਾ ਤੇ ਆਓ, ਗੁਰਪੁਰਬਾਂ 'ਚ ਆਓ, ਹਿੱਸੇ ਲਓ, ਤੇ ਇਹ ਜਿਹੜਾ ਸਮਾਂ ਹੈ ਨਾ, ਇਹ ਨਾ ਤਾਂ ਇਤਨੀ ਵੱਡੀ ਸੇਵਾ ਮਿਲਦੀ ਹੈ ਆਸਾਨੀ ਨਾਲ, ਬੜੇ ਪ੍ਰੋਗਰਾਮ ਨਾ ਹੋਣ, ਤੇ ਨਾ ਇਤਨਾ ਵੱਡਾ ਕੀਰਤਨ ਦਾ ਦੀਵਾਨ ਸਜਦੇ ਹਨ। ਤੇ ਕਹਿੰਦੇ ਸਨ ਕਿ ਆਦਮੀ ਸਹਿਜੇ ਸਹਿਜ ਸੇਵਾ ਕਰਦਾ ਹੈ ਤੇ ਥੋੜ੍ਹੀ ਬਹੁਤ ਇਨਸਾਨ ਹੈ ਥਕਾਵਟ ਹੋ ਜਾਂਦੀ ਹੈ। ਤੇ ਕਹਿਣ ਲੱਗੇ ਕਿ ਥਕਾਵਟ ਜਦੋਂ ਹੋ ਜਾਵੇ ਤੇ ਇਹ ਆਲਸ ਨਾ ਕਰੋ ਕਿ ਮੈਂ ਕਿਸੇ ਕਿਨਾਰੇ 'ਤੇ ਬਹਿ ਜਾਵਾਂ ਤੇ ਦੋ ਆਦਮੀ ਇਕੱਠੇ ਹੋ ਜਾਈਏ, ਦੋ ਤੇ ਸੰਸਾਰਿਕ ਤੌਰ 'ਤੇ ਅਸੀਂ ਗੱਲਾਂ 'ਚ ਲੱਗ ਜਾਈਏ ਤੇ ਇਸ ਪਾਸੋਂ ਸਾਡਾ ਗੁਰਪੁਰਬ ਦਾ ਰੁਝਾਨ ਹੀ ਹਟ ਜਾਵੇ। ਉਹ ਕਹਿੰਦੇ ਸਨ ਜਾ ਕੇ ਅੰਦਰ ਜਿੱਥੇ ਦੀਵਾਨ ਸਜਿਆ ਹੋਵੇ, ਦੀਵਾਨ ਵਿੱਚ ਬਹਿ ਜਾਓ, ਬਾਣੀ ਵੀ ਤੁਹਾਡੇ ਕੰਨੇ ਪਏਗੀ, ਬਾਣੀ ਤੁਸੀਂ ਨਾਲ ਪੜ੍ਹੋਗੇ ਵੀ, ਤੇ ਸੇਵਾ ਤੇ ਕਰ ਚੁੱਕੇ ਹੋ, ਸੇਵਾ ਵੀ ਹੋ ਰਹੀ ਹੈ ਤੇ ਬਾਣੀ ਦਾ ਵੀ ਆਨੰਦ ਲਓ। ਜੇ ਉੱਥੇ ਅਸੀਂ ਲੈਣ ਕੀ ਆਏ ਹਾਂ? ਬਾਣੀ ਜਿਹੜੀ ਸਾਡੀ ਕੀ ਸਾਨੂੰ ਸਮਝਾਉਂਦੀ ਹੈ? ਬਾਣੀ ਤੇ ਸਾਨੂੰ ਧੋਂਦੀ ਹੈ, ਅੰਦਰੋਂ ਵੀ ਤੇ ਬਾਹਰੋਂ ਵੀ। ਧੋਣ ਦਾ ਮਤਲਬ ਸਮਝਣਾ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਅਸੀਂ ਸਫਾਈ ਤੇ ਆਪਣੀ ਰੋਜ਼ ਨਿੱਤਾ ਕਰਨੇ ਆ, ਲੇਕਿਨ ਜਿਹੜੀ ਸਫਾਈ ਸਾਨੂੰ ਹੋਣੀ ਚਾਹੀਦੀ ਹੈ ਅਸੀਂ ਉਹ ਮੋਹ ਉਚਾਰਨੇ ਆ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਅੰਦਰੋਂ ਨਿਕਲ ਜਾਵੇ, ਨਿਮਾਣਾਪਨ ਸਾਡੇ ਅੰਦਰ ਆ ਜਾਵੇ। ਉਹ ਕਹਿੰਦੇ ਨੇ ਉਹ ਤੁਹਾਨੂੰ ਆ ਕੇ ਜਦੋਂ ਗੁਰੂ ਦੀ ਸ਼ਰਨ ਵਿੱਚ ਬੈਠੋਗੇ, ਕੁਝ ਵਚਨ ਸੁਣੋਗੇ, ਕੁਝ ਬਾਣੀ ਸੁਣੋਗੇ, ਤਾਂ ਹੀ ਤੁਹਾਡੇ 'ਤੇ ਉਹਦਾ ਅਸਰ ਹੋਏਗਾ। ਬਾਣੀ ਤੁਹਾਨੂੰ ਧੋਂਦੀ ਹੈ, ਤੁਹਾਨੂੰ ਧੋ ਕੇ ਤੁਹਾਡੇ ਔਗਣ ਕੱਟਦੀ ਹੈ ਤੇ ਫਿਰ ਤੁਹਾਡਾ ਅੰਦਰੋਂ ਚਿੱਤ ਕਰਦਾ ਹੈ ਕਿ ਮੈਂ ਇਸ ਰਸਤੇ ਦੁਬਾਰਾ ਨਾ ਜਾਵਾਂ। ਕੋਈ ਸਮਝਾਵੇ ਨਾ ਬੰਦਾ ਤੇ ਸ਼ਾਇਦ ਸਮਝ ਨਹੀਂ ਆਉਂਦੀ, ਕਹਿੰਦੀ ਪਤਾ ਨਹੀਂ ਆਪਣੇ ਆਪ ਨੂੰ ਵੀ ਕੀ ਸਮਝਦਾ। ਇਹ ਇਨਸਾਨੀ ਤੌਰ 'ਤੇ ਗੱਲ ਕਰ ਰਿਹਾ। ਲੇਕਿਨ ਜਦੋਂ ਗੁਰੂ ਦੀ ਬਾਣੀ ਆਉਂਦੀ ਹੈ, ਉਹ ਜਦੋਂ ਧੋਂਦੀ ਹੈ ਤੇ ਕਹਿੰਦੇ ਆ ਇਹ ਨਿਰੰਕਾਰ ਦਾ ਹੁਕਮ ਹੋਇਆ, ਇਹ ਧੁਰ ਤੋਂ ਆਇਆ ਹੈ, ਇਹ ਧੁਰ ਦੀ ਬਾਣੀ ਹੈ ਤੇ ਉਸ ਮਾਲਕ ਨੇ ਸੰਦੇਸ਼ ਦਿੱਤਾ ਹੈ। ਅੱਜ ਮੈਂ ਕੀਰਤਨ ਵਿੱਚ ਆਇਆ ਵਾਂ, ਇਹ ਮੈਨੂੰ ਮਿਲੀ ਤੇ ਇੱਥੇ ਬਾਰ-ਬਾਰ ਇਹੀ ਪੁਕਾਰ ਕੇ ਕਿਹਾ ਜਾਂਦਾ ਹੈ ਕਿ ਆਓ ਬਈ ਸੰਤੋ, ਸੁਣੋ, ਵਿਚਾਰੋ, ਕਥਾ ਕੀ ਹਨ, ਸਾਖੀਆਂ ਕੀ ਨੇ। ਸਾਖੀਆਂ ਸਾਨੂੰ ਸਤਿਗੁਰਾਂ ਦੇ ਕੋਤਕ ਨਹੀਂ ਦਿਖਾਉਂਦੀਆਂ। ਗੁਰੂ ਘਰ ਵਿੱਚ ਕਰਿਸ਼ਮਾ ਨਹੀਂ ਹੈਗਾ ਜੇ, ਕੋਤਕ ਨਹੀਂ ਹੈਗੇ ਜੇ ਗੁਰੂ ਘਰ ਵਿੱਚ। ਗੁਰੂ ਘਰ ਵਿੱਚ ਬਰਕਤਾਂ ਹੈਗੀਆਂ ਨੇ, ਰਹਿਮਤਾਂ ਹੈਗੀਆਂ ਨੇ, ਕਿਰਪਾ ਹੈਗੀਆਂ ਨੇ। ਗੁਰੂ ਕਿਸੇ ਨੂੰ ਦਿੰਦਾ ਨਾ, ਉਹ ਕੋਤਕ ਨਹੀਂ ਦਿਖਾਉਂਦਾ। ਇਹ ਜਿਹੜਾ ਕੋਤਕ ਦਿਖਾਣੇ ਕੰਮ, ਇਹ ਸੰਸਾਰਿਕ ਤੌਰਾਂ ਦੇ ਜਿਹੜੇ ਮਦਾਰੀ ਬੈਠੇ ਨੇ ਨਾ, ਇਹ ਉਹਨਾਂ ਦੇ ਕੰਮ ਨੇ, ਮਦਾਰੀ ਦਿਖਾਉਂਦੇ ਨੇ। ਗੁਰੂ ਮਹਾਰਾਜ ਦੇ ਕੋਲੋਂ ਤੇ ਕਿਰਪਾ, ਔਰ ਇਹ ਨਹੀਂ, ਕਿਰਪਾ ਕਿਸ ਤਰ੍ਹਾਂ ਵਰਸਦੀ ਹੈ? ਸਿਰਫ ਇੱਕ ਵਾਰ ਨਜ਼ਰਾਂ ਮਿਲ ਜਾਵਣ, ਇੱਕ ਵਾਰ ਸਿਰ ਝੁਕ ਜਾਵੇ ਸਤਿਗੁਰਾਂ ਦੇ ਚਰਨਾਂ 'ਤੇ ਮਨ ਕਰਕੇ, ਤੇ ਉੱਠਦੇ ਤੱਕ, ਸਿਰ ਝੁਕਣੇ ਤੱਕ ਕੰਮ ਬਣ ਜਾਂਦਾ ਬੰਦੇ ਦਾ। ਕੋਈ ਇਹ ਨਹੀਂ ਹੁੰਦਾ ਕਿ ਸਾਨੂੰ ਕੋਈ ਧੱਕੇ ਖਾਣੇ ਪੈਂਦੇ ਨੇ। ਧੱਕੇ ਅਗਰ ਅਸੀਂ ਖਾਂਦੇ ਹਾਂ, ਕਿਉਂ ਖਾਂਦੇ ਹਾਂ? ਕਿ ਮੰਗਣੇ ਜ਼ਰੂਰ ਆ ਆਪਣੇ ਮਾਲਕ ਕੋਲੋਂ, ਤੇ ਵਾਅਦਾ ਵੀ ਕਰਕੇ ਜਾਂਦੇ ਹਾਂ ਕਿ ਅੱਗੋਂ ਇਹ ਗੁਨਾਹ ਨਹੀਂ ਕਰਾਂਗੇ, ਭੁੱਲਾਂ ਬਖਸ਼ੋ ਸਾਡੀਆਂ,
लेकिन फिर बाहर जाके जो जाने ना उन्होंने सारिया चीज़ों को कमिटमेंट जी साड़ी गुरु नाल होई होंदी उन्होंने भुल जाने तो ठोकरां सानू तां पैंदियां ने। लेकिन एक बार सिर रखिया होवे मन करके ते प्रण करके ते मंग नाल मंगी होवे सच्चे पातशाह इस रस्ते ते चलाना भी आपने में। मैं तो संसारे जावांगा मैनू बड़े माड़े लोग मिलणगे, बड़ा कुछ माड़ा होएगा, हो सकता है मैं फिर कोई गलती कर पावां, उन्हां गलतियां तो भी आपने बचाना है। मैं इस काबिल नहीं हाँ, क्योंकि सारी जिंदगी मैं भुला करना आया, भुल के ते अखीर ते मैनू किसी औखी तरह ते मैनू ये दर मिलिया ते आप दे दर ते मैं औखी तरह ते पहुँचा वां ते हुण मैं नहीं चाहता कि ये दर मेरे तो छुट जावे। ये सिर मैं इत्थे रखिया है ना, ये पिया रहे ते मैं मुड़ के वो काम जो जीवन च कीते सन उन्ना करा। इहो जी मंग होवे ते फिर की नहीं हुंदा। साखी सेवादार काफ़ी सारिया ने दर्शन किए होने। मदन लाल जी की साखी याद कर लो। हापड़ निवासी मदन लाल जी चुग सेवा करते सन लेकिन अंदर ऐब सन, अंदर ऐब सन। सतगुर सेवा राम जी जदों उधरों लंघे तो बत्रा जी को कहन लगे कि तुसी इहदे हाथ च बल्लम फड़ा देता है, ये किहड़ी सेवा इनू दे दी है, ये तो रहनिया ही नहीं हैगा बंदा, ये बंदा तो रहनिया ही नहीं हैगा। इस बंदे नू तुसी ये की कीता, ये बल्लम लै लो। हुण सारे जानते सन बड़े गुसैल ने, बड़े डाढ़े ने। हुण बता जी कहन लगे मेरी हिम्मत किस तरह पवे, मैं ऐसे डाढ़े आदमी को जाके बल्लम मंग लवां, सतगुरां ने तो हुक्म कर लेता। लेकिन हुण मन च आया कि वचन तो मनना पेगा। पोला जिहा जाके कहा जी ये मदन लाल जी ये बल्लम दे दो। सतगुरां ने कहा कि तुहाडा जड़ा है ना जीवन वो रहनिया च नहीं है। वो उन्होंने बल्लम फड़ाया, पता नहीं की ऐसा पाना सी गुरु का, क्योंकि अज जदों पता नहीं होंदा जाके सीधा रिक्शे से बैठे कहते चल घर, इतना वचन करके घर चले गए। घर चले गए तो उन्हों का की नियम सी कि सवेरे शाम जदों मौका लगे उन्होंने पीना। घर जाके जितनियां उन्होंने घर बोतलां सन, गली महल्ले वाले वेख के परेशान हो गए। सारिया बोतलां कढ़ कढ़ के तोड़नियां शुरू कर दित्तियां कि तुहाडे करके मेरे हथों सेवा गई, तुहाडे करके मेरे हथों सेवा गई, तुसी मैनू गुरु घर तो दूर किया। उहदे मन विच इहो जिहे विचार बने, घरों साफ कर दित्ती है सब कुछ, ते स्नान पानी करके कपड़े बदल के तो सतगुरां दे कोल पहुँच गए। सच्चे पातशाह रहम कर दो, आप जी कृपा करोगे तो मैं इस तो दूर आपे हो जावांगा। वो फिर ऐसी बरकत ऐसी बख्शिश सच्चे पातशाह दी हुई कि उस क्षण तो बाद उन्होंने अपने जीवन विच कदे हथ नहीं लाया उस चीज़ में। तो फिर जिहड़ा अंत समा सी बाबे डेरे की सेवा करदियां अखीरले समय तक असी देखिया उन्हों का पहला जीवन। बच्चे होंदे सां तो 50 साल की उम्र या उस तो ज़्यादा उम्र होनी है उन्होंने, लेकिन उस तो बाद अगले 20-25 साल वेख्या उन्हीं उस चीज़ के नेड़े नहीं गए, क्योंकि दास का चित करता सी। शुरू तो एक नियम बनया सी कि जदों नितनेमा के दिन होंदे सन तो दिल करता सी एक बार हफ्ते विच, वैसे तो कोशिश करी दी है महीने च कि 2 चक्कर हापड़ साहब दर्शन करने जाइए, लेकिन हर हफ्ते का एक नियम बनता सी कि एक चक्कर जरूर लगे।
ਮੱਥਾ ਟੇਕਣੇ ਜਾਈਦਾ ਸੀ ਤੇ ਉਹਨਾਂ ਨੂੰ ਵੇਖਦੇ ਸਾਂ ਕਿ ਬਾਬੇ ਡੇਰੇ ਉਹਨਾਂ ਨੇ ਬੈਠੇ ਹੋਣਾ ਤੇ ਆਪਣਾ ਮਸਤ ਹੋ ਕੇ ਕਿਸੇ ਤੀਨ ਤੇਰਾ ਨਹੀਂ ਨਾ ਉਹ ਉਹਨਾਂ ਦਾ ਗੁਸੈਲ ਸੁਭਾਅ ਰਿਹਾ। ਸਭ ਕੁਝ ਬਦਲ ਗਿਆ, ਜੁੜ ਗਏ ਗੁਰੂ ਚਰਨਾਂ ਨਾਲ। ਤੇ ਸੇਵਾ ਜਦੋਂ ਗੁਰੂ ਦੀ ਕਿਰਪਾ ਹੋਵੇ, ਕਹਿੰਦੇ ਨਿਗਾਹ ਹੋ ਗਈ। ਉਂਝ ਸੰਸਾਰਿਕ ਤੌਰ 'ਤੇ ਲੱਗਿਆ ਸਭ ਨੂੰ ਕਿ ਮਦਨ ਲਾਲ ਜੀ ਨੂੰ ਤਾਂ ਡਾਂਟ ਪੈ ਗਈ। ਅੱਜ ਮਦਨ ਲਾਲ ਜੀ ਦੇ ਹੱਥ 'ਚ ਬਲਮ ਵੇਖ ਕੇ ਸਤਿਗੁਰਾਂ ਨੂੰ ਤਰਸ ਆ ਗਿਆ। ਸੰਸਾਰਿਕ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਡਾਂਟ ਪਈ। ਉਹ ਡਾਂਟ ਦਾ ਅਸਰ ਘਰ ਪਹੁੰਚਦਿਆਂ ਦਾ ਕੀ ਰੰਗ ਲਿਆਇਆ ਕਿ ਅੰਦਰੋਂ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ। ਉਹ ਜਿਹੜਾ ਬਦਲਾਅ ਸੀ ਉਹ ਇੱਕ ਐਸਾ ਬਦਲਾਅ ਆਇਆ ਕਿ ਉਸ ਬਦਲਾਅ ਨੇ ਜੀਵਨ ਹੀ ਬਦਲ ਦਿੱਤਾ। ਉਹ ਜੀਵਨ ਹੀ ਬਦਲ ਦਿੱਤਾ। ਸੇਵਾ ਦੇ ਇਹ ਜਿਹੜੇ ਦਿਨ ਆਏ ਨੇ, ਯਤਨ ਕਰੀਏ ਸਾਰੇ ਮਿਲ ਕੇ। ਤੇ ਮੈਂ ਤੇ ਸਮੂਹ ਸੰਗਤ ਇੱਥੇ ਜਿਤਨੀ ਬੈਠੀ ਹੈ ਸਭ ਨੂੰ ਕਹਾਂਗਾ, ਆਪੜ ਵੀ ਬੇਨਤੀਆਂ ਕਰਕੇ ਆਇਆ ਕਿ ਪ੍ਰੋਗਰਾਮ ਸ਼ੁਰੂ ਹੋ ਰਿਹਾ। ਸੰਗਤਾਂ ਦੂਰੋਂ ਦਰੇੜਿਓਂ ਆਉਂਦੀਆਂ, ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ। ਜਿਹੜੇ ਦੂਰੋਂ ਪੁਰਬ ਮਨਾਉਣ ਆਉਂਦੇ ਨੇ, ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਅਤੇ ਇਹ ਗੱਲ ਉੱਥੇ ਕੀਤੀ ਬੇਨਤੀ ਕਿ ਕਈ ਕਹਿ ਦਿੰਦੇ ਨੇ ਕਿ ਅਸੀਂ ਪਰਿਵਾਰ ਸਹਿਤ ਤਾਲਾ ਮਕਾਨ ਦਾ ਮਾਰ ਕੇ 10-12 ਦਿਨ ਵਾਸਤੇ, 8 ਦਿਨ ਵਾਸਤੇ। ਜਿਹੜਾ ਮਹਾਰਾਸ਼ਟਰ ਤੋਂ ਆਉਂਦਾ ਸੋਚਦਾ ਮੈਂ ਜਾਵਾਂਗਾ 5-7 ਦਿਨ ਲੱਗਣਗੇ, 2-4 ਦਿਨ ਆਪਣੇ ਭੈਣ ਭਰਾਵਾਂ ਨੂੰ ਵੀ ਮਿਲ ਲਵਾਂ, ਇੰਨੀ ਦੂਰ ਜਾ ਰਿਹਾ। ਅਤੇ ਉੱਥੇ ਬੇਨਤੀ ਕੀਤੀ ਕਿ ਇਹ ਤਾਂ ਪ੍ਰੋਗਰਾਮ ਨਾ ਸੋਚੋ, ਸਮਾਗਮ ਸ਼ੁਰੂ ਹੋਣ ਦਾ ਮਤਲਬ ਪੁਰਬ ਸ਼ੁਰੂ ਹੋ ਗਿਆ। ਇਹ 3 ਦਿਨ ਤੱਕ ਸੀਮਿਤ ਨਾ ਰੱਖੋ ਕਿ ਗੁਰਪੁਰਬ 5-6-7 ਦਾ ਹੈ। ਇਹ ਗੁਰਪੁਰਬ 5-6-7 ਦਾ ਨਹੀਂ ਹੈਗਾ। ਇਹ ਗੁਰਪੁਰਬ ਤਾਂ ਸਮਝੋ ਸ਼ੁਰੂ ਹੋ ਰਹੀ ਹੈ 21 ਤਰੀਕ ਤੋਂ ਲੜੀ। 20 ਤਰੀਕ ਸ਼ਾਮ ਨੂੰ ਦੀਵਾਨ ਸਜਣਗੇ ਅਤੇ 21 ਤਰੀਕ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋ ਜਾਣੀ ਹੈ ਅਤੇ ਉਹ ਚੱਲਣੀ ਹੈ ਸਵੇਰੇ 5 ਸਤੰਬਰ ਤੱਕ। ਫਿਰ ਜਿਹੜੇ ਅਗਲੇ ਦੀਵਾਨ ਵੱਡੇ ਲੱਗਦੇ ਨੇ ਬਾਹਰ 5-6-7 ਦੇ। ਅਤੇ ਇਹ ਨਾ ਸੋਚੋ ਕਿ ਉਹ ਗੁਰਪੁਰਬ 5-6-7 ਦਾ ਹੈ। ਇਹ ਗੁਰਪੁਰਬ ਤਾਂ ਸ਼ੁਰੂ 21 ਜੁਲਾਈ ਤੋਂ ਹੋ ਗਿਆ। ਅਤੇ ਉੱਥੇ ਫਿਰ ਇਹ ਬੇਨਤੀਆਂ ਕੀਤੀਆਂ, ਦੂਰ ਦਰੇੜੇ ਜਿਹੜੀਆਂ ਸੰਗਤਾਂ ਹੈਗੀਆਂ ਨੇ ਉਹ ਸਾਰੀਆਂ ਜਿਹੜੇ ਆਖਰੀ ਦਿਨ ਬੁੱਕ ਕਰਾ ਬੈਠੇ ਨੇ ਅਤੇ ਵਿਚਕਾਰ ਪਰਿਵਾਰ ਨੂੰ ਵੀ ਇਹ ਮੌਕਾ ਦੇਵਣ, ਉਹ ਜਾ ਕੇ ਸਾਰਾ ਪਰਿਵਾਰ ਦਰਸ਼ਨ ਕਰੇ। ਇਹ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਆਪਣੀ ਝੋਲੀ 'ਚ ਅਸੀਂ ਪਵਾਈਏ। ਇੱਥੇ ਅਸੀਂ ਬੈਠੇ ਹਾਂ, ਅਸੀਂ ਇਹ ਨਾ ਕਹੀਏ ਕਿ ਸਾਡੀਆਂ ਹਾਜ਼ਰੀਆਂ ਬਈ ਇੱਥੇ ਨਿਤਨੇਮ ਚੱਲਣਗੇ, ਇੱਥੇ ਚਲੀਆ ਚੱਲ ਰਿਹਾ ਹੈ। ਇੱਥੇ ਵੀ ਹੋ ਰਿਹਾ, ਲੇਕਿਨ ਉੱਧਰ ਵੀ ਅਸੀਂ ਹਾਜ਼ਰੀਆਂ ਲਗਵਾਉਣੀਆਂ ਨੇ। ਹਾਪੜ ਵਿਖੇ ਵੀ ਅਸੀਂ ਹਾਜ਼ਰੀਆਂ ਲਗਵਾਈਏ, ਸਾਡੀਆਂ ਵੱਧ ਚੜ੍ਹ ਕੇ ਹਾਜ਼ਰੀਆਂ ਲੱਗਣ ਅਤੇ ਸਾਰੇ ਵੱਧ ਤੋਂ ਵੱਧ ਪੁੱਜੀਏ ਦੀਵਾਨਾਂ ਅੰਦਰ ਅਤੇ ਸਤਿਗੁਰਾਂ ਕੋਲੋਂ ਖੁਸ਼ੀਆਂ ਲਈਏ। ਸੰਗਤ ਵਿੱਚ ਇਕੱਠ ਹੁੰਦਾ ਹੈ ਨਾ, ਅਤੇ ਸਤਿਗੁਰਾਂ ਨੇ ਕੀ ਕਿਹਾ, ਸੰਗਤ ਦੇ ਇਕੱਠ ਦੀ ਬਰਕਤ ਵੀ ਸਮਝ ਲਓ। ਅਗਰ ਅਸੀਂ ਇਕੱਲਾ ਆਦਮੀ ਜਦੋਂ ਕਹਿੰਦੇ ਨਾ ਜਾਂਦਾ ਹੈ ਅਤੇ ਉਹ ਫਿਰ ਇਕੱਲਾ ਹੀ ਹੁੰਦਾ ਹੈ, ਅਕੇਲਾ ਹੀ ਹੁੰਦਾ ਹੈ, ਅਤੇ ਉਹਦੇ ਕੋਲ ਫਿਰ ਬਰਕਤ ਵੀ ਉਹ ਇਤਨੀ ਜਿਹੀ ਆਉਂਦੀ ਹੈ। ਲੇਕਿਨ ਜਦੋਂ ਵੱਡੇ ਸਮਾਗਮਾਂ 'ਚ ਜਾਂਦੇ ਹਾਂ ਨਾ, ਉਹ ਜਦੋਂ ਹਜ਼ਾਰਾਂ ਦੀ ਗਿਣਤੀ ਹੁੰਦੀ ਹੈ, ਉਹ ਜਿਹੜਾ ਫਲ ਹੁੰਦਾ ਨਾ ਕਈ ਹਜ਼ਾਰਾਂ ਗੁਣਾ ਵੱਧ ਜਾਂਦਾ ਹੈ। ਕਿਉਂਕਿ ਜਦੋਂ ਗੁਰਬਾਣੀ ਦਾ ਉਚਾਰਨ ਹੋ ਰਿਹਾ ਹੁੰਦਾ ਅਤੇ ਕਿਤਨੇ ਸਰੀਰਾਂ ਦੇ ਮੁਖ ਤੋਂ ਨਿਕਲ ਰਿਹਾ ਹੁੰਦਾ। ਤਾਰਿਆ ਜਹਾਨ ਜਦੋਂ ਅਸੀਂ ਪੜ੍ਹਨੇ ਹਾਂ ਅਤੇ ਕਿਤਨੇ ਹਜ਼ਾਰਾਂ ਵਾਰ ਸੁਣਿਆ ਜਾਂਦਾ ਹੈ। ਅਸੀਂ ਸ਼ਾਇਦ ਸਾਰੇ ਸਾਲ ਹੀ ਜਪ ਲਈਏ ਅਤੇ ਇਤਨਾ ਅਸੀਂ ਮਿਲ ਕੇ ਨਾ ਕਰ ਸਕੀਏ ਜਿਤਨਾ ਕਈ ਗੁਣਾ ਉਸ ਤੋਂ ਜ਼ਿਆਦਾ ਅਸੀਂ 3 ਦਿਨਾਂ ਵਿੱਚ ਸਤਿਗੁਰਾਂ ਕੋਲੋਂ ਬਖਸ਼ਿਸ਼ ਆਪਣੀ ਝੋਲੀ 'ਚ ਪਵਾ ਲਿਆਉਂਦੇ ਹਾਂ, ਜਿਹੜਾ ਸਦਾ ਸਾਡੇ ਨਾਲ ਰਹਿ ਕੇ ਸਾਡੀ ਰੱਖਿਆ ਕਰਦਾ ਹੈ। ਅਤੇ ਸੰਗਤ ਵਿੱਚ ਤਾਂ ਬਰਕਤ ਇਹੀ ਹੈ, ਜਪੋਗੇ ਉਹਦਾ ਵੀ ਫਲ ਹਜ਼ਾਰਾਂ ਗੁਣਾ, ਸੰਗਤ ਕਰੋਗੇ ਅਤੇ ਉਹਦਾ ਵੀ ਫਲ ਹਜ਼ਾਰਾਂ ਗੁਣਾ। ਅਤੇ ਫਿਰ ਪਤਾ ਨਹੀਂ ਸਾਡੀਆਂ ਕੀ ਕਮਾਈਆਂ ਨੇ, ਲੇਕਿਨ ਕਿਸੇ ਲਾਡਲੇ ਗੁਰਸਿੱਖ ਪਿੱਛੇ ਸਤਿਗੁਰਾਂ ਨੇ ਜਦੋਂ ਮਿਹਰ ਕਰਨੀ ਹੁੰਦੀ ਹੈ ਤਾਂ ਐਸੀ ਕਿਰਪਾ ਬਣ ਜਾਂਦੀ ਹੈ।
ऐसी बख्शिश बन जाती है। किसी एक लाडले के मूँह पिछों समूह संगत का पार उतारा हो जाता है। हज़ारां की गिनती कोई एक ही होता है, एक ही भागा भरिया एक ही होता है। ऐसी भावना नाल आया होता है, उसकी पुकार होती है, सत गुरु कृपा कर जाता है। तो असी भी वध चढ़ के हाजरियाँ अपनियां गुरपुरबां च लवाइए। फिर जिहड़ी गुरपुरबां ते सेवा होंदी है उन्हां सेवाएं च भी हिस्सा लईए। तो एक ध्यान जिहड़ी बार बार कहना कि टाइम जाया नहीं करना, खलो के असी अपना वक़्त खराब ना करिए। जदों वेले हो जाइए तो आके दीवान हाल ही सज जाइए। फिर उस तो बाद पता चलेगी इत्थे भी हाज़री साड़ी लग रही है। क्योंकि कहते ना तुसी परोसिया सब कुछ सोना, तो हुण कहते ना उसकी शोभा वधाण वास्ते एक संसारिक तौर पर इस ते वर्क ला दो, इसकी शोभा बन जाए। शोभा तो जदों तां बनेगी जे असी संसारिक गल्लां नहीं करांगे, गुरु दीयां गल्लां करांगे तो कहांगे मोहर लग गई, सतगुरां दी वरख लग गया, शोभा बन गई। तो इधर सेवा की, उधर खलो के चार आदमियों विच फलाना इस तरह, फलाना उस तरह, फलाना उस तरह चुगली कर छड्डी, अगे पिछे दीयां गल्लां कर छड्डियां, ते अपना वक़्त खराब किया। पता चलिया कि सब कुछ मेहनत की पढ़ाई तो सुहा पवा लीती, घर ले जाण जोगे भी नहीं रहे। तो एक काम ना करिए, झोलियाँ जड़ियाँ पंडा भर के लियाइया ना, सुचियाँ पंडा झोली भरवा के लियाइए। बरकतां घर आवन जड़ियाँ सारे साल टिकियां रहन। फिर इंतज़ार होवे वो बरकत सानू मिली, साडा साल कितना खुशहाली नाल बीतिया। अगों आने वाले सालों की भी फिर मन चाह एक उठ जावे कि सच्चे पातशाह जी आप रहम करो, साड़ी झोली खैर पाओ। जे ये जड़ी बरकत आप जी ने पहले दिती सी हुण फिर दिओ। जे साड़ी बरकतां परिवार विच खुशहाली है तो अगों भी चाहते आप जी तो बरकतां। ये सतगुरां कोलों मंगना है। तो सेवा जड़ी वध तो वध होवे तो वो मेवा जड़ा है ना वह स्वाद चखीए। तो फिर कहते ना जड़ी चीज़ स्वाद लग जाए तो कहते तो ऐबी मैं ऐबी हो गया इस चीज़ का। ये समझो सानू ऐब लग जाए सेवा का, सानू सेवा का ऐब लग जाए कि असी जदों मौका लगे तो कह बई ठीक है मौका लगे दात मार लो। ऐसी बख्शिश सतगुरां कोलों मंगनी है। सच्चे पातशाह किरपा करन। अगों मन च आ रहा सी कि कथा तो इत्थे जरूर चलेगी दिल्ली, जो नियम अनुसार हर साल चलती है। तो 21 नूं आवांगे तो 23 तरीक तो जड़ी है अमृत वेले तो जड़ा सतगुरां दा इतिहास है वो शुरू हो जाएगा। तो वध असी जुड़ीए। तो टाइम वही सवेरे अमृत वेले 5 बजे तो 6 बजे तक। तो उपरांत फिर जो कीर्तन का प्रोग्राम होंदा है तो वेले सिर समाप्ति भी होएगी, क्योंकि अमृत वेले तो ही प्रोग्राम शुरू हो जाने ने। तो हफ्तावार दीवान के बारे च नहीं समझ आ रही हले तक, यतन करांगे। जो बनया इधर बनया या हापड़ बनया जिधर बनया एक दीवान, क्योंकि उस तरह होवे ना कि संगत का इकट्ठ होवे, खिलरिए नहीं इकट्ठे हो जाइए एक जगह ते सारे। दीवान जिस तरह भी अगों प्रोग्राम बनेगा आप जी नूं सूचित 1-2 दिनों विच ही कर दिता जाएगा। भावें दिल्ली का बने भावें हापड़ का बने या अलग अलग स्थानां ते जिन हुंदा है कि बई इस हफ्ते इत्थे करांगे इस हफ्ते इस तरह, जो भी बैठ के प्रोग्राम बनेगा 1-2 दिनों के अंदर आप जी नूं प्रोग्राम की सूचना दे दी जाएगी। क्योंकि अगों नाल ही फिर 17 तो बाद अज 17 होगी तो 23 नूं प्रोग्राम शुरू होना तो 24 नूं फिर इतवार है, तो नाल ही उहदा भी इंतजाम करना है।
तो गुरु किरपा करे, इतनियां हाज़रियां प्रवान करे। ते ही सतगुरां दे चरणा अज अरदास करनी है, सच्चे पातशाह आप समूह संगतां नूं बल दिओ, जे आप दे चरणा जुड़ के आप दे जस भी गावन ते आप दी संगतां दी सेवा भी भली प्रकार असी कर सकीए। इतनियां हाज़रियां प्रवान। धन धन सतगुरु भगवान दास साहेब बाप जी दी सदा ही। धन धन सतगुरु सेवा राम साहेब आप जी दी सदा। धन धन साहिब सतगुरु संत माता जी आप जी नूं कोटि कोटि